ਵਾਹਿਗੁਰੂ ਸਾਹਿਬ ਜੀ। ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ। ਚਤੁਰ ਦਿਸ਼ਾ ਕੀਨੋ ਬਲ ਆਪਣਾ, ਸਿਰ ਉੱਪਰ ਕਾਰ ਧਾਰਿਓ। ਕਿਰਪਾ ਕਟਾਖ ਅਵਲੋਕਨ ਕੀਨੋ, ਦਾਸ ਕਾ ਦੁਖ ਬਿਦਾਰਿਓ। ਹਰ ਜਨ ਰਾਖੇ ਗੁਰ ਗੋਬਿੰਦ, ਕੰਠ ਲਾਏ ਅਵਗੁਣ ਸਭ ਮੇਟੇ। ਦਇਆਲ ਪੁਰਖ ਬਖਸ਼ੰਦ, ਜੋ ਮੰਗੈ ਠਾਕੁਰ ਆਪਣੇ ਤੇ। ਸੋਈ ਸੋਈ ਦੇਵੈ ਨਾਨਕ ਦਾਸ। ਮੁਖ ਤੇ ਜੋ ਬੋਲੇ, ਇਹਾਂ ਉਹਾਂ ਸੱਚ ਹੋਵੈ। ਅੰਦਰ ਸੱਚਾ ਨੇਹੋ, ਲਾਇਆ ਪ੍ਰੀਤਮ ਆਪਣੇ। ਤਨ ਮਨ ਹੋਏ ਨਿਹਾਲ, ਜਾਂ ਗੁਰ ਦੇਖਾਂ ਸਾਹਮਣੇ। ਸੋ ਕਹੋ ਟਲ ਗੁਰ ਸੇਵੀਐ, ਸਹਿਜ ਸੁਭਾਏ। ਗੁਰੂ ਕਾ ਜਨਮ ਮਰਨ ਦੁਖ ਦਾ, ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚੱਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹੰਦ ਸ਼ਾਹ। ਜਿਸ ਪਾਸ ਬੈਠਿਆਂ ਸੋਹੀਐ, ਸਭਨਾਂ ਦਾ ਵੇਸਾਹ। ਵਾਹਿਗੁਰੂ ਸਾਹਿਬ ਜੀ। ਟੋਡੀ ਮਹੱਲਾ ਪੰਜਵਾਂ। ਹਰ ਬਿਸਰਤ ਸਦਾ ਖੁਆਰੀ, ਤਾਂ ਕੋ ਧੋਖਾ ਕਹਾਂ ਵਿਆਪੈ। ਜਾਂ ਕੋ ਓਟ ਤੁਹਾਰੀ, ਹਰ ਬਿਸਰਤ ਸਦਾ ਖੁਆਰੀ। ਤਾਂ ਕੋ ਧੋਖਾ ਕਹਾਂ ਵਿਆਪੈ। ਜਾਂ ਕੋ ਓਟ ਤੁਹਾਰੀ। ਰਹਾਉ ਬਿਨ ਸਿਮਰਨ ਜੋ ਜੀਵਨ ਬਲਣਾ,
सर्प जैसे अरजारी, नव खंडन को राज कमावै, अंत चलै गोहारी। गुण निधान गुण तिन्ही गाए, जाको कृपा धारी। सो सुखिया धन उस जन्मा, नानक तिस बलिहारी। गुण निधान गुण तिन्ही गाए, जाको कृपा धारी। सो सुखिया धन उस जन्मा, नानक तिस बलिहारी। वाहिगुरु जी का खालसा, वाहिगुरु जी की फतेह। सतगुरु श्री गुरु ग्रंथ साहिब महाराज जी की पवित्र हजूरी अंदर धन बाबा जोरावर सिंह जी, धन बाबा फतेह सिंह जी, धन मात गुजर कौर जी दे महान शहीदी स्थान ते अदब प्यार सत्कार विच सजी गुरु रूप गुरु सवारी साध संगत सतगुरु जी ने दया बख्शिश की है। साहिब दी रहमत दे सदका सानू सारियां नू सतगुरु जी दे पवित्र चरना कमलों में बैठ के गुरु शब्द सुनन दा समझण दा सुभाग मिलिया। तो दयालु पातशाह इस पावन शब्द के अंदर गुणी निधान वाहिगुरु जी की प्यारी याद, गुण स्वरूप परमेश्वर जिहदे नैन नक्श, जिहदी सुंदरता, जिहदा चक्कर चिहन, जिहदी घाड़त सीस तो लैके चरना तक संपूर्ण जिहदा स्वरूप गुण स्वरूप है। तो उस गुण स्वरूप वाहिगुरु जी नूं हिरदे च वसाउण दा हुक्म सच्चे पातशाह कर रहे हैं। गुणां दे समुंदर नूं याद करके, गुण करके अपने जीवन च धारण करन दा हुक्म सतगुरु जी ने सानू कीता। दो ही गल्लां ने संसार ते साध संगत, एक गुण है, एक औगण है। जिथे गुण सी उन्हां नूं सुर कहंदे सी, जिथे औगण सी उन्हां नूं असुर कहंदे सी। जिथे गुण सी उन्हां नूं इंसान कहंदे सन, जिथे औगण सन उन्हां नूं शैतान कहंदे सी। जिथे गुण है उन्हां नूं गुरमुख कहंदे है, जिथे औगण है उन्हां नूं मनमुख कहंदे है। तो गुण साहिब सच्चे पातशाह हजूर दे असीं सिंचने आ हिरदे अंदर, भावें वो गुणी निधान दा नाम जप के, भावें गुरु की बाणी पढ़ के, गुरबाणी दी विचार करके, गुणी निधान वाहिगुरु जी दे गुण हृदय च वसाउणे है। यही रब्बी बख्शिश दी निशानी है जी। गुण निधान गुण तिन ही गाए, जाको किरपा धारी। तो वो गुण निधान वाहिगुरु जी नूं उन्होंने नाम किया, उन्होंने सिमरन किया, उन्होंने बंदगी किया। असल में वो गुण स्वरूप ही है। वो जिन्ने नां ने वो सारे वाहिगुरु जी के गुण हैं। सब गुण तेरे मैं ना ही कोई, बिन गुण कीते भगत ना होए। जे असी भगती करनी रोजते ना भी जी भगती किदां करिए, असी भगत बनना, असी भगतां दी वडियाई सुनी है जी। हर जुग जुग भगतो पाया, पैज रखदा आया राम राजे। भी भगतां दी पैज रखदा जी,
ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਉ, ਧੁਰ ਤੂੰ ਰੱਖਦਾ ਆਇਆ। ਭਗਤਾਂ ਦੀ ਤੂੰ ਪੱਤ ਰੱਖਦਾ, ਭਗਤਾਂ ਦੀ ਤੂੰ ਲਾਜ ਰੱਖਦਾ। ਅਸੀਂ ਸੁਣਿਆ ਤੇ ਫਿਰ ਇਹ ਮਨ ਕਹੇਗਾ ਵੀ ਜੇ ਭਗਤਾਂ ਦੀ ਪੱਤ ਹੈ, ਇੱਜ਼ਤ ਹੈ, ਮਾਣ ਹੈ, ਭਗਤਾਂ ਦੀ ਝੋਲੀ 'ਚ ਵਡਿਆਈ ਹੈ, ਫਿਰ ਮੈਂ ਵੀ ਭਗਤ ਬਣਨਾ ਚਾਹੁੰਦਾ, ਮੈਂ ਵੀ ਭਗਤੀ ਕਰਾਂ। ਸੋ ਅਸੀਂ ਭਗਤ ਕਿਵੇਂ ਬਣ ਸਕਦੇ ਹਾਂ ਜੀ? ਅਸੀਂ ਭਗਤੀ ਕਿਵੇਂ ਕਰ ਸਕਦੇ ਹਾਂ? ਬੜਾ ਵੱਡਾ ਸਵਾਲ ਹੈ। ਤੇ ਅਕਸਰ ਹੀ ਅਸੀਂ ਇੱਕ ਦੂਜੇ ਨੂੰ ਪੁੱਛਦੇ ਹਾਂ ਜੀ ਮੈਂ ਬੰਦਗੀ ਕਿਵੇਂ ਕਰਾਂ, ਮੈਂ ਨਾਮ ਕਿਵੇਂ ਜਪਾਂ, ਮੈਂ ਭਗਤੀ ਕਿਵੇਂ ਕਰਾਂ। ਵਿਣ ਗੁਣ ਕੀਤੇ ਭਗਤ ਨਾ ਹੋਏ। ਜੇ ਭਗਤੀ ਕਰਨੀ ਹੈ, ਭਗਤ ਹੋਣਾ ਹੈ, ਵਾਹਿਗੁਰੂ ਜੀ ਹਿਰਦੇ 'ਚ ਵਸਾਉਣਾ ਹੈ, ਤੇ ਵਾਹਿਗੁਰੂ ਜੀ ਦੀ ਮੂਰਤ ਕੀ ਹੈ? ਗੁਣ। ਜੇ ਗੁਣ ਹਨ ਤੇ ਭਗਤੀ ਹੈ, ਪਰ ਜੇ ਗੁਣ ਨਹੀਂ, ਪਰ ਜ਼ੁਬਾਨ ਤੋਂ ਬੋਲੀ ਜਾਂਦਾ, ਉਹਨੂੰ ਭਗਤ ਨਹੀਂ ਗਿਣਿਆ ਜਾਂਦਾ ਜੀ। ਭਗਤ ਤੇ ਪਰਮੇਸ਼ਰ ਦਾ ਸਰੂਪ ਹੋ ਗਏ, ਭਗਤ ਤੇ ਵਾਹਿਗੁਰੂ ਜੀ ਵਿੱਚ ਸਮਾ ਗਏ, ਲੀਨ ਹੋ ਗਏ। ਭਗਤ ਤੇ ਕਰੁਣਾ ਦਾ ਸਮੁੰਦਰ ਬਣ ਗਏ ਜੀ। ਜੋ ਪਰਮੇਸ਼ਰ ਦੇ ਗੁਣ ਸੀ ਉਹ ਭਗਤਾਂ ਦੇ ਅੰਦਰ ਆ ਗਏ। ਪਰ ਜੇ ਸਾਧ ਸੰਗਤ ਦਾ ਤਸਵੀਰ ਮਾਲਾ ਹੱਥ ਵਿੱਚ ਹੈ, ਰੱਬ ਦਾ ਨਾਮ ਵੀ ਲੈ ਰਿਹਾ, ਪਰ ਉਹ ਗੁਣ ਜਿਹੜਾ ਸੀ ਅੰਦਰੋਂ ਦਇਆ ਵਾਲਾ, ਖਿਮਾ ਵਾਲਾ, ਸਬਰ ਵਾਲਾ, ਸੰਤੋਖ ਵਾਲਾ, ਸੱਤ ਵਾਲਾ, ਸੀਰ ਵਾਲਾ, ਸੰਜਮ ਵਾਲਾ, ਉਹ ਗੁਣ ਨਹੀਂ ਝਲਕ ਰਿਹਾ ਕੋਈ ਵੀ। ਤੇ ਕੱਲਾ ਮੁੱਖੋਂ ਬੁੜਬੁੜਾਨ ਨੂੰ ਭਗਤੀ ਨਹੀਂ ਕਹਿ ਸਕਦੇ ਸੀ। ਵਿਣ ਗੁਣ ਕੀਤੇ, ਸਾਹਿਬ ਕਹਿੰਦੇ, ਸਤਿਗੁਰ ਜੀ ਦਾ ਬਚਨ ਹੈ, ਵਿਣ ਗੁਣ ਕੀਤੇ ਭਗਤ ਨਾ ਹੋਏ। ਗੁਣ ਹਨ ਤੇ ਜ਼ਿੰਦਗੀ ਦੇ ਅੰਦਰ ਸਹਿਜ, ਸਬਰ, ਸੰਤੋਖ, ਸੁੱਤੇ ਸਿੱਧ ਆਏਗਾ। ਜੇ ਗੁਣ ਹਨ, ਜ਼ਿੰਦਗੀ ਚਿੰਤਾ ਤੋਂ ਮੁਕਤ ਹੈ। ਇੱਕ ਔਗਣ ਆ ਜਾਏ ਨਾਲ ਚਿੰਤਾ ਦੀ ਬਹੁਤ ਵੱਡੀ ਪੰਡ ਲੈ ਕੇ ਆਉਂਦੀ ਹੈ। ਔਗਣ ਆਇਆ, ਪਾਪ ਕਮਾ ਲਿਆ, ਰਿਸ਼ਵਤ ਲੈ ਲਈ, ਚੋਰੀ ਕਰ ਲਈ, ਧੋਖਾ ਕਰ ਲਿਆ। ਔਗਣ ਆਇਆ, ਕਾਮ ਰੂਪ 'ਚ ਵਿਆਪ ਗਿਆ। ਔਗਣ ਆਇਆ, ਕ੍ਰੋਧ ਰੂਪ, ਨਫ਼ਰਤ ਰੂਪ, ਈਰਖਾ ਰੂਪ 'ਚ ਵਿਆਪ ਗਿਆ। ਕਿਸੇ ਵੀ ਰੂਪ 'ਚ ਵਿਆਪਿਆ, ਨਾਲ ਚਿੰਤਾ ਸਿਰ ਤੇ ਖੜੀ ਹੈ ਵੀ ਮੇਰੇ ਔਗਣ ਨਾਲ ਮੇਰੇ ਮੱਥੇ ਦਾ ਕਲੰਕ ਉਜਾਗਰ ਨਾ ਹੋ ਜਾਏ ਕਿਤੇ। ਇੱਕ ਔਗਣ ਜ਼ਿੰਦਗੀ ਨੂੰ ਬੇਚੈਨ ਕਰ ਦਿੰਦਾ ਹੈ, ਜ਼ਿੰਦਗੀ ਦੀ ਨੀਂਦ ਹਰਾਮ ਕਰ ਦਿੰਦਾ। ਇੱਕ ਔਗਣ ਸਾਧ ਸੰਗਤ। ਤੇ ਜਿਉਂ-ਜਿਉਂ ਗੁਣ ਸਮਾਉਂਦੇ ਅੰਦਰ ਹ੍ਰਿਦੇ ਦੇ, ਤਿਉਂ-ਤਿਉਂ ਸੱਚੇ ਸਾਹਿਬ ਜੀ ਕਹਿੰਦੇ ਅੰਦਰ ਸਹਿਜ ਤੇ ਸੰਤੋਖ ਹੁੰਦਾ, ਸਬਰ ਹੁੰਦਾ, ਧੀਰਜ ਹੁੰਦਾ। ਸੋ ਵਿਣ ਗੁਣ ਕੀਤੇ ਭਗਤ ਨਾ ਹੋਏ। ਤੂੰ ਸੱਚਾ ਸਾਹਿਬ ਸਿਫਤ ਸਵਾਲਿਓ। ਜੇ ਤੇਰੀ ਕਿਸੇ ਨੇ ਫੋਟੋ ਬਣਾਉਣੀ ਹੋਵੇ, ਜੇ ਕਿਸੇ ਨੇ ਤੇਰਾ ਚਿਹਰਾ ਮੋਹਰਾ ਬਿਆਨ ਕਰਨਾ ਹੋਵੇ, ਤੇ ਤੇਰਾ ਚਿਹਰਾ ਮੋਹਰਾ ਚੱਕਰ ਚਿਹਨ ਕੀ ਹੈ? ਸਿਫਤ ਸਲਾਹ। ਸਿਫਤ ਸਲਾਹ ਕੀ? ਤੇਰੇ ਗੁਣਾਂ ਨੂੰ ਗਾਉਣਾ। ਜਿਨ ਕੀਤੀ ਸੋ ਪਾਰ। ਮਹਾਰਾਜ ਕਹਿੰਦੇ ਵੀ ਇਹ ਸਿਫਤ ਸਲਾਹ ਜਿਹੜੇ ਗੁਣ ਨੇ ਜਦੋਂ ਹ੍ਰਿਦੇ 'ਚ ਸਮਾਉਣਗੇ, ਅਸੀਂ ਬੜੇ ਸਹਿਜ ਵਿੱਚ, ਸਬਰ ਵਿੱਚ, ਸੰਤੋਖ ਵਿੱਚ ਜਾਵਾਂਗੇ। ਤੇ ਜਦੋਂ ਇਹ ਗੁਣਾ ਰੂਪੀ ਯਾਦ ਭੁੱਲ ਗਈ ਸਾਨੂੰ, ਤੇ ਸਾਡੀ ਜ਼ਿੰਦਗੀ ਏਦਾਂ ਤਪਦੀ ਹੈ ਜਿਵੇਂ ਸੱਪ ਦੀ ਉਮਰ ਬੀਤਦੀ ਹੈ। ਸਰਪ ਜੈਸੀ ਅਰਜਾਰੀ, ਬਿਨ ਸਿਮਰਨ ਜੋ ਜੀਵਨ ਬਲਣਾ। ਏਦਾਂ ਦੀ ਤਪਸ਼ ਹੈ ਉਸ ਜੀਵਨ ਦੇ ਅੰਦਰ ਜੀ। ਤੋ ਦਿਆਲੂ ਪਾਤਸ਼ਾਹ ਜੀ ਨੇ ਇਹ ਸਾਡੇ ਉੱਤੇ ਕਿਰਪਾ ਕੀਤੀ ਹੈ। ਜੋ ਸ਼ਬਦ ਦੀ ਰਹਾਉ ਦੀ ਪੰਕਤੀ ਹੈ, ਹਰ ਬਿਸਰਤ ਸਦਾ ਖੁਆਰੀ, ਤਾਂ ਕੋ ਧੋਖਾ ਕਹਾਂ ਵਿਆਪੈ। ਆ ਬੜਾ ਪਿਆਰਾ ਜਿਹਾ ਸ਼ਬਦ ਹੈ। ਦੁਨੀਆ ਉੱਤੇ ਬਹੁਤ ਲੋਕ ਨੇ ਜਿਨ੍ਹਾਂ ਦਾ ਜਿਹੜੇ ਕਹਿੰਦੇ ਬਿਜ਼ਨਸ ਵਿੱਚ ਧੋਖਾ ਹੋ ਗਿਆ, ਕਾਰੋਬਾਰ ਕੀਤਾ, ਵਿਹਾਰ ਕੀਤਾ, ਸੰਸਾਰ ਦੇ ਅੰਦਰ ਬਹੁਤ ਸਾਰੇ ਕਿੱਤੇ ਨੇ। ਕੁਝ ਖਰੀਦਿਆ, ਕੁਝ ਕਿਸੇ ਨਾਲ ਸਾਂਝ ਪਾਈ, ਸੰਸਾਰੀ ਤੌਰ ਤੇ ਇਨਸਾਨਾਂ ਨਾਲ, ਰਿਸ਼ਤਿਆਂ ਵਿੱਚ, ਵਪਾਰ ਵਿੱਚ ਬੜੀ ਵਾਰੀ ਮਨੁੱਖ ਕੋਲੋਂ ਸ਼ਬਦ ਸੁਣਨ ਨੂੰ ਮਿਲਦਾ, ਧੋਖਾ ਹੋ ਗਿਆ। ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਜਿੱਥੇ ਗੁਣਾਂ ਦਾ ਸੂਰਜ ਉਦੇ ਹੋਵੇ, ਜਿੱਥੇ ਸਾਂਝ ਗੁਣਾਂ ਦੀ ਹੋਵੇ,
ਵਾਹਿਗੁਰੂ ਜੀ ਦੇ ਨਾਮ ਰੂਪੀ ਗੁਣ ਅੰਦਰ ਵਸੇ ਹੋਏ ਆ ਤੇ ਸਭ ਪਾਸੇ ਉਹਨਾਂ ਦੀ ਸਾਂਝ ਹੈ, ਫਿਰ ਕਦੀ ਧੋਖਾ ਨਹੀਂ ਜਾਪਦਾ। ਹੁਣ ਸਭ ਤੋਂ ਵੱਡਾ ਧੋਖਾ ਹੈ ਵੀ ਠੱਗ ਬੈਠੇ ਪੰਜ, ਬੜੇ ਮਿੱਠੇ ਲੱਗਦੇ ਆ ਪਰ ਸਾਨੂੰ ਲੁੱਟ ਰਹੇ ਆ। ਇਸ ਦੇਹੀ ਅੰਦਰ ਪੰਜ ਚੋਰ ਬਸੈ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ। ਅੰਮ੍ਰਿਤ ਲੁੱਟੈ ਮਨਮੁਖ ਨਹੀਂ ਬੁੱਝੈ। ਮਨੁੱਖ ਠੱਗਿਆ ਜਾ ਰਿਹਾ ਹੈ, ਔਰ ਸਭ ਤੋਂ ਕਮਾਲ ਗੱਲ ਹੈ ਵੀ ਇਹਨੂੰ ਇਹ ਠੱਗੀ ਮਿੱਠੀ ਲੱਗ ਰਹੀ ਹੈ। ਮੋਹ ਠਗੌਲੀ ਪਈ ਹੋਈ ਹੈ ਪਰ ਇੰਨਾ ਮਿੱਠਾ ਲੱਗ ਰਿਹਾ ਵੀ ਇਹ ਕਹਿੰਦਾ ਵੀ ਮੈਂ ਹੋਰ ਠੱਗਿਆ, ਰਸ ਹੁੰਦਾ ਪਿਆ ਇਹਨੂੰ। ਕਿਸੇ ਨੂੰ ਹੰਕਾਰ ਠੱਗ ਰਿਹਾ, ਕਿਸੇ ਨੂੰ ਕਾਮ ਠੱਗ ਰਿਹਾ, ਉਹ ਰਸ ਲੈ ਰਿਹਾ, ਇੰਦਰੀਆਂ ਦਾ ਰਸ ਲੈ ਰਿਹਾ। ਇਦਾਂ ਜਾਪ ਰਿਹਾ ਵੀ ਜਿਵੇਂ ਇਹ ਮੇਰੇ ਸੱਜਣ ਨੇ, ਇਹ ਮੇਰੇ ਨਾਲ ਨੇ, ਪਰ ਅਸਲ ਵਿੱਚ ਉਹ ਲੁਟੇਰੇ ਸਾਨੂੰ ਲੁੱਟ ਰਹੇ ਆ। ਸਭ ਤੋਂ ਵੱਡਾ ਧੋਖਾ ਸਾਡੇ ਅੰਦਰ ਹੋ ਰਿਹਾ ਹੈ। ਬਾਹਰੋਂ ਬਿਜ਼ਨਸ ਦਾ ਧੋਖਾ ਹੋ ਸਕਦਾ ਹੈ, ਕਾਰੋਬਾਰ ਦਾ ਧੋਖਾ ਹੋ ਸਕਦਾ ਹੈ, ਸੱਜਣਾ ਮਿੱਤਰਾਂ ਤੋਂ ਧੋਖਾ ਹੋ ਸਕਦਾ ਹੈ, ਪਰ ਜਿਹੜੇ ਅੰਦਰ ਬੈਠੇ ਪੰਜ ਲੁੱਟ ਰਹੇ ਆ ਤੇ ਮਨਮੁਖ ਨੂੰ ਪਤਾ ਹੀ ਨਹੀਂ ਲੱਗ ਰਿਹਾ। ਤਾਂ ਕੋ ਧੋਖਾ ਕਹਾਂ ਵਿਆਪੈ। ਤਿੰਨ ਤਰ੍ਹਾਂ ਦਾ ਸਾਡਾ ਮੈਨੂੰ ਮੋਟੇ ਜਿਹੇ ਰੂਪ 'ਚ ਜਿਹੜੀ ਸਮਝ ਆਉਂਦੀ ਹੈ। ਇੱਕ ਤੇ ਆ ਆਤਮਿਕ ਤੌਰ ਤੇ ਨਿੱਜੀ ਸਾਡੇ ਅੰਦਰ ਠੱਗ ਬੈਠੇ ਹੋਏ। ਇੱਕ ਹੈ ਸਾਧ ਸੰਗਤ ਧਾਰਮਿਕ ਤੌਰ ਤੇ। ਸਭ ਤੋਂ ਵੱਡਾ ਜੇ ਸ਼ਬਦ ਮੈਂ ਵਰਤ ਲੈਣਾ ਵਾ, ਅੰਨਾ ਵਿਸ਼ਵਾਸ ਬੰਦਾ ਧਾਰਮਿਕ ਤੌਰ ਤੇ ਕਰਦਾ, ਸ਼ੱਕ ਹੀ ਨਹੀਂ ਕਰਦਾ ਵੀ ਇਹ ਭਾਈ ਸਾਹਿਬ ਦਾ ਕੁੜਤਾ ਚੋਲਾ ਬੜਾ ਸੋਹਣਾ ਹੈ, ਇਹਨੇ ਦਸਤਾਰ ਬੜੀ ਗੁਰਮੁਖਾਂ ਵਾਲੀ ਸਜਾਈ ਹੋਈ ਹੈ, ਇਹਨੇ ਗਾਤਰਾ ਉੱਪਰ ਦੀ ਪਾਇਆ ਹੋਇਆ, ਤੇ ਲੋਕਾਂ ਨੇ ਅੱਖਾਂ ਮੀਟ ਕੇ ਭਾਈ ਸਾਹਿਬ ਉੱਤੇ, ਬਾਬਾ ਜੀ ਉੱਤੇ ਵਿਸ਼ਵਾਸ ਕੀਤਾ, ਗਿਆਨੀ ਜੀ ਉੱਤੇ ਵਿਸ਼ਵਾਸ ਕੀਤਾ। ਕਈ ਵਾਰੀ ਆਸਾਂ ਤੇ ਖਰਾ ਨਹੀਂ ਉਤਰਦਾ। ਆਤਮਿਕ ਧੋਖਾ ਹੋ ਰਿਹਾ, ਧਰਮ ਦੀ ਦੁਨੀਆ 'ਚ ਧੋਖਾ ਹੋ ਰਿਹਾ। ਜਦੋਂ ਅਸੀਂ ਆਸ ਦੂਜਿਆਂ ਤੇ ਰੱਖਦੇ ਹਾਂ ਤੇ ਫਿਰ ਲੁੱਟੇ ਜਾਂਦੇ ਹਾਂ। ਵਿਵਹਾਰਕ ਤੌਰ ਤੇ ਸਮਾਜਿਕ ਜ਼ਿੰਦਗੀ 'ਚ ਧੋਖਾ ਹੋ ਰਿਹਾ। ਗੁਰੂ ਸਾਹਿਬ ਕਹਿੰਦੇ ਵੀ ਜੇ ਅੰਦਰ ਦੀਵਾ ਜਗ ਜਾਏ, ਅੰਦਰ ਰੋਸ਼ਨ ਹੋ ਜਾਏ, ਪ੍ਰਗਾਸ ਹੋ ਜਾਏ ਨਾਮ ਦਾ, ਨਾਮ ਤੇਰੇ ਕੀ ਜੋਤ ਲਗਾਈ, ਜੇ ਅੰਦਰ ਉਦੇ ਹੋਇਆ ਸੂਰਜ ਗਿਆਨ ਦਾ ਚਾਨਣ ਹੋ ਗਿਆ, ਸੋਝੀ ਪੈ ਗਈ ਅੰਦਰ, ਸਾਹਿਬ ਨੇ ਪਾ ਦਿੱਤੀ ਨਾਮ ਦੀ ਸੋਝੀ, ਤਾਂ ਕਉ ਧੋਖਾ ਕਹਾਂ ਵਿਆਪੈ। ਫਿਰ ਗਰੰਟੀ ਹੈ ਵੀ ਧੋਖਾ ਨਹੀਂ ਵਿਆਪੇਗਾ ਜੀ, ਗਰੰਟੀ ਹੈ। ਦੋ ਪੱਖ ਨੇ, ਇੱਕ ਹੈ ਵਿਸਰਨਾ, ਇੱਕ ਹੈ ਯਾਦ ਕਰਨਾ। ਹਰ ਬਿਸਰਤ ਸਦਾ ਖੁਆਰੀ। ਵਾਹਿਗੁਰੂ ਭੁੱਲ ਗਿਆ ਤੇ ਧੱਕੇ ਖਾ ਰਹੇ ਆ, ਠੋਕਰਾਂ ਖਾ ਰਹੇ ਆ, ਸਾਡੀ ਖੁਆਰੀ ਹੋ ਰਹੀ ਹੈ, ਨਿੱਤ ਦੀ ਅਸੀਂ ਭਟਕ ਰਹੇ ਆ। ਪਰ ਦੂਜੇ ਪਾਸੇ ਕਿੰਨਾ ਬੇਫਿਕਰ ਹੈ, ਕਿੰਨਾ ਨਿਸ਼ਚਿੰਤ ਹੈ, ਉਹ ਛਲਿਆ ਹੀ ਨਹੀਂ ਜਾਂਦਾ ਜੀ, ਜਿਹਦੇ ਅੰਦਰ ਅਛਲ ਬੈਠਾ ਹੈ। ਅਛਲ ਅਪਾਰ ਅਪਾਰ ਵਾਹਿਗੁਰੂ, ਅਛਲ ਵਾਹਿਗੁਰੂ ਜੀ ਦੇ ਹਿਰਦੇ ਅੰਦਰ ਬੈਠਾ ਹੋਇਆ। ਸੋ ਸਾਹਿਬ ਕਹਿੰਦੇ ਫਿਰ ਉਹ ਛਲਿਆ ਨਹੀਂ ਜਾਂਦਾ, ਕੋਈ ਉਹਨੂੰ ਛਲ ਨਹੀਂ ਸਕਦਾ। ਅਛਲ, ਅਛੇਦ, ਅਪਾਰ ਪ੍ਰਭ, ਉੱਚਾ ਜਾਂਕਾ ਰੂਪ, ਜਪ ਜਪ ਕਰੈ ਆਨੰਦ ਜਨ, ਅਚਰਜ ਅਨੂਪ। ਜਪਣ ਵਾਲੇ ਤੇ ਆਨੰਦ ਲੈ ਰਹੇ ਆ। ਅਛਲ ਬੈਠਾ ਜਿਹਦੇ ਅੰਦਰ, ਤੇ ਫਿਰ ਉਹ ਵੀ ਨਹੀਂ ਛਲਿਆ ਜਾਂਦਾ ਜਿਹਦੇ ਅੰਦਰ ਅਛਲ ਬੈਠਾ। ਹੁਣ ਤੱਤ ਕੀ ਹੈ ਵੀ ਅਸੀਂ ਗੁਣੀ ਨਿਧਾਨ ਵਾਹਿਗੁਰੂ ਜੀ ਦੇ ਨਾਮ ਨਾਲ ਜੁੜੀਏ ਜੀ, ਉਹਦੀ ਯਾਦ, ਉਹਦੇ ਗੁਣਾਂ ਨਾਲ ਜੁੜੀਏ। ਵਿਸਰਨ ਵਿੱਚ ਖੁਆਰੀ ਹੈ, ਯਾਦ ਵਿੱਚ ਨਿਸ਼ਚਿੰਤਤਾ ਹੈ। ਜੋਦੜੀ ਕਰੀਏ ਮਹਾਰਾਜ, ਅੰਦਰ ਤਲਬ ਉੱਠੇ। ਜੇ ਇਹ ਕੀਮਤੀ ਸ਼ੈ ਹੈ, ਇਹਨੂੰ ਕਮਾਇਆ, ਇਹਨੂੰ ਇਕੱਠਾ ਕੀਤਿਆਂ ਬੰਦਾ ਚਿੰਤਾ ਤੋਂ ਮੁਕਤ ਹੋ ਜਾਂਦਾ ਹੈ। ਘਰ ਖਜ਼ਾਨਾ ਧਨ ਹੋਵੇ ਤਾਂ ਵੀ ਡਰ ਹੁੰਦਾ ਵੀ ਮੈਂ ਠੱਗਿਆ ਨਾ ਜਾਵਾਂ, ਮੇਰੇ ਕੋਲ ਚੋਰੀ ਨਾ ਹੋ ਜਾਏ। ਅਰਦਾਸ ਕਰੀਏ ਸੱਚੇ ਪਾਤਸ਼ਾਹ ਸਾਨੂੰ ਨਾਮ ਧਨ ਦੇ, ਸਤਿਗੁਰ ਸਿੱਖ ਕੋ ਨਾਮ ਧਨ ਦੇ, ਨਾਮ ਧਨ ਬਖਸ਼ਣ, ਅਸੀਂ ਛਲੇ ਨਾ ਜਾਈਏ, ਸਾਡੇ ਨਾਲ ਧੋਖਾ ਨਾ ਹੋਵੇ।
ਇਹ ਨਾਮ ਧਨ ਦੇ ਅੰਦਰ ਹੀ ਵਿਵੇਕ ਬੁੱਧ ਹੈ। ਜਦੋਂ ਅਸੀਂ ਮੰਗਦੇ ਹਾਂ ਨਾ, ਜਦੋਂ ਸਾਡੇ ਅੰਦਰ ਚਾਹਤ ਜਾਗਦੀ ਹੈ, ਮੇਰਾ ਹੀਰ ਹੈ ਲੋਚ ਲੱਗੀ ਪ੍ਰਭ ਕੇਰੀ, ਹਰ ਨੈਣੋ ਹਰ ਪ੍ਰਭ ਹੀਰਾ, ਜਦੋਂ ਇਹ ਹਿਰਦੇ ਦੀ ਲੋਚਾ ਬਣਦੀ ਹੈ ਤੇ ਵਿਵੇਕ ਬੁੱਧ ਸਤਿਗੁਰ ਤੇ ਪਾਈ। ਹਾਰ ਪਰਿਓ ਸੁਆਮੀ ਕੈ ਦੁਆਰਾ, ਦੂਜਾ ਬੁੱਧ ਵਿਵੇਕਾ, ਜਿਹਦੇ ਨਾਲ ਛਲੇ ਨਹੀਂ ਜਾਣਾ। ਵਿਵੇਕ ਬੁੱਧ ਸਤਿਗੁਰ ਤੇ ਪਾਈ। ਹੋਰ ਕਿੱਥੋਂ ਮਿਲੇਗੀ ਜੀ? ਹੋਰ ਕੌਣ ਵਿਵੇਕ ਬੁੱਧ ਦਾ ਮਾਲਕ ਹੈ? ਅੰਨੇ ਹਾਂ ਮਹਾਰਾਜ ਸਾਨੂੰ ਸੋਝੀ ਦਿਓ, ਹਮ ਅੰਧਲੇ ਕੋ ਗੁਰ ਅੰਚਲ ਦੀਜੈ। ਵਿਵੇਕ ਬੁੱਧ ਸਤਿਗੁਰ ਤੇ ਪਾਈ, ਗੁਰ ਗਿਆਨ ਗੁਰੂ ਪ੍ਰਭ ਕੇਰਾ, ਜਨ ਨਾਨਕ ਨਾਮ ਗੁਰੂ ਤੇ ਪਾਇਆ। ਵਿਵੇਕ ਬੁੱਧ ਸਤਿਗੁਰ ਤੇ ਪਾਈ, ਗੁਰ ਗਿਆਨ ਗੁਰੂ ਪ੍ਰਭ ਕੇਰਾ, ਜਨ ਨਾਨਕ ਨਾਮ ਗੁਰੂ ਤੇ ਪਾਇਆ। ਧੁਰ ਮਸਤਕ ਭਾਗ ਲਖੇਰਾ। ਸਮਝ ਲਓ ਜਨਮਾਂ ਦੇ ਮੁਕੱਦਰ ਚੰਗੇ ਜਿਹੜੇ ਸੀ ਉਹ ਜਾਗਰ ਹੋ ਗਏ। ਸਾਹਿਬ ਨੇ ਇਹ ਦਾਤ ਦਿੱਤੀ, ਗੁਣੀ ਨਿਧਾਨ ਵਾਹਿਗੁਰੂ ਜੀ ਦੇ ਹਿਰਦੇ ਚ ਸਮਾਉਣਾ, ਬੁੱਧੀ ਵਿਵੇਕ ਹੋ ਗਈ। ਤਾਂ ਕਉ ਧੋਖਾ ਕਹਾਂ ਵਿਆਪੈ, ਫਿਰ ਛਾਲ ਨਹੀਂ ਹੈ, ਫਿਰ ਧੋਖਾ ਨਹੀਂ ਹੈ। ਹਰ ਬਿਸਰਤ ਸਦਾ ਖੁਆਰੀ, ਤਾਂ ਕਉ ਧੋਖਾ ਕਹਾਂ ਵਿਆਪੈ, ਜਾਂ ਕੋਟ ਤੁਹਾਰੀ। ਰੱਬ ਵਿਸਰ ਗਿਆ। ਰੱਬ ਦਾ ਵਿਸਰਨਾ, ਰੱਬ ਕੀ ਹੈ? ਦਇਆ। ਰੱਬ ਕੀ ਹੈ? ਸੰਤੋਖ। ਰੱਬ ਕੀ ਹੈ? ਸਹਿਜ। ਰੱਬ ਕੀ ਹੈ? ਸਤ। ਰੱਬ ਕੀ ਹੈ? ਨਿਰਭਉ। ਰੱਬ ਕੀ ਹੈ? ਨਿਰਵੈਰ। ਤੇ ਜਦੋਂ ਨਿਰਭਉ ਵਿਸਰ ਗਿਆ ਭਉ ਚ ਪੈ ਗਏ, ਜਦੋਂ ਨਿਰਵੈਰ ਵਿਸਰ ਗਿਆ ਵੈਰ ਚ ਪੈ ਗਏ। ਤੇ ਜਿਹਦਾ ਵੈਰ ਹੈ ਉਹਨੂੰ ਤੇ ਚਿੰਤਾ ਹੀ ਹੈ ਨਾ। ਨਿਰਵੈਰ ਵਿਸਰਿਆ, ਵੈਰ ਵਿੱਚ ਪੈ ਗਏ। ਜੇ ਨਿਰਵੈਰ ਹਿਰਦੇ ਚ ਹੈ ਤੇ ਵੈਰ ਖਤਮ ਹੋ ਗਏ। ਤਾਂ ਕੋ ਧੋਖਾ ਕਹਾਂ ਵਿਆਪੈ। ਕਿਉਂ ਵਿਸਰੇ ਜੀ? ਜਿਸ ਨੂੰ ਵਿਸਰੈ ਪ੍ਰਾਣਪਤ ਦਾਤਾ, ਸੋਈ ਗਣੋ ਅਭਾਗਾ। ਬੜਾ ਨਿਕਰਮਾ ਹੈ ਜੀ। ਇਸ ਵਾਸਤੇ ਅਸੀਂ ਮੰਗਤੇ ਹਾਂ ਕਿ ਇੱਕ ਦਾਤ ਮੰਗੀਏ। ਮੰਗੋ ਦਾਨ ਠਾਕੁਰ ਨਾਮ, ਵਿਸਰ ਨਾਹੀ ਦਾਤਾਰ, ਵਿਸਰ ਨਾਹੀ। ਕਿਉਂਕਿ ਇੱਥੇ ਖੁਆਰੀ ਹੈ, ਹਰ ਬਿਸਰਤ ਸਦਾ ਖੁਆਰੀ। ਤੇ ਸਾਡੀ ਜੋਦਰੀ ਹੈ ਮਹਾਰਾਜ ਜੀ, ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇ। ਬਸ ਇੱਕੋ ਹੀ ਜੋਦਰੀ ਹੈ ਜੀ। ਜੇ ਰਹਿਮਤ ਕਰਨ ਲੱਗਾ ਨਾ ਤੇ ਇਹੀ, ਜੇ ਤੂੰ ਤੁਠੈ ਕਿਰਪਾ ਨਿਦਾਨ, ਨਾ ਦੂਜਾ ਵਿਖਾਰ। ਸਿਰਫ ਤੇਰੀ ਯਾਦ ਆਵੇ, ਕਿਸੇ ਹੋਰ ਨੂੰ ਵੇਖੀਏ ਵੀ ਨਾ ਮਹਾਰਾਜ। ਕਿਉਂਕਿ ਬਾਕੀ ਤੇ ਸਭ ਧੋਖਾ ਹੀ ਹੈ। ਬਾਕੀ ਤੇ ਨਾਮ ਬਿਨਾ ਸਭ ਕੂੜ ਹੀ ਹੈ। ਮੰਗੋ ਦਾਨ ਠਾਕੁਰ ਨਾਮ, ਅਵਰ ਕਛੂ ਮੇਰਾ ਸੰਗ ਨਾ ਚਾਲੈ, ਮਿਲੈ ਕਿਰਪਾ ਗੁਣ ਗਾਮ। ਤੂੰ ਰਹਿਮਤ ਕਰ, ਗੁਣ ਨਿਧਾਨ ਗੁਣ ਤਿਨ ਹੀ ਗਾਏ, ਜਾਂ ਕੋ ਕਿਰਪਾ ਧਾਰੀ, ਮਿਲੈ ਕਿਰਪਾ ਗੁਣ ਗਾਮ। ਤੂੰ ਦਇਆ ਕਰ ਮਹਾਰਾਜ, ਵਿਣ ਗੁਣ ਕੀਤੇ ਭਗਤ ਨਾ ਹੋਏ। ਗੁਣੀ ਨਿਧਾਨ ਨਾਲ ਅਸੀਂ ਜੁੜੀਏ ਜੀ। ਪ੍ਰਭ ਜੀ ਕੋ ਨਾਮ ਜਪਤ ਮਨ ਚੈਨ, ਸੁਕੇ ਹਰੇ ਕੀਏ ਖਿਨ ਵਾਏ। ਐਸੀ ਕਲਾ ਹੈ ਸਾਧ ਸੰਗਤ, ਨਾਮ ਅੰਮ੍ਰਿਤ ਰਸ ਦੀ, ਗੁਣੀ ਨਿਧਾਨ ਵਾਹਿਗੁਰੂ ਜੀ ਦੀ। ਦਿਨ ਰਾਤ ਇਹ ਜੋਦਰੀ ਕਰਨੀ ਸਿੱਖ ਨੇ। ਕਿਉਂਕਿ ਖੁਆਰੀ ਤੇ ਅਸੀਂ ਚਾਹੁੰਦੇ ਹੀ ਨਹੀਂ ਮਹਾਰਾਜ। ਦੁਨੀਆ ਦਾ ਕੋਈ ਵੀ ਮਨੁੱਖ ਖੁਆਰ ਨਹੀਂ ਹੋਣਾ ਚਾਹੁੰਦਾ। ਹੇ ਬਾਦਸ਼ਾਹ ਜੀ ਤੁਸੀਂ ਰਹਿਮਤ ਕਰੋ, ਅਸੀਂ ਤੁਹਾਡੇ ਸੋਹਣੇ ਸੋਹਣੇ ਜਿਹੜੇ ਗੁਣ ਨੇ ਨਾ, ਇੱਕ ਇੱਕ ਗੁਣ ਸਾਡੇ ਅੰਦਰ ਸਮਾਉਂਦਾ ਜਾਏ। ਜਿਉਂ ਜਿਉਂ ਗੁਣ ਸਮਾਉਂਦੇ ਆ ਪਰਮੇਸ਼ਰ ਦੇ ਭੁੱਲਿਆਂ ਵਿਆਪਨ ਸਭੇ ਰੋਗ, ਸਰਬ ਰੋਗ ਕਾ ਔਖਦ ਨਾਮ। ਕਿਉਂਕਿ ਇਹਦੇ ਚ ਸ਼ੁਭ ਗੁਣ ਨੇ। ਆਤਮਾ ਰੋਗ ਹੋ ਜਾਂਦੀ, ਅਰੋਗ। ਨੀਕੇ ਗੁਣ ਗਾਓ
ਜਦੋਂ ਸੋਹਣੇ ਸੋਹਣੇ ਗੁਣ ਗਾਏ ਤੇ ਕੀ ਹੋਇਆ ਜੀ? ਨੀਕੇ ਗੁਣ ਗਾਓ ਮਿਟਈ ਰੋਗ। परमेश्वर ते भुलिया व्यापन सभे रोग, हर बिसरत सदा खुआरी। ते जदों अंदर याद बननी शुरू हो गई, नीके गुण गाओ मिटे रोग, मुख उज्जल मन निर्मल होई है। फिर तो किड्डी कमाल दी कला वरतदी है जी। जे सिमरत सब किल बिख नासै, पितरी होए उधारो, सो हर हर तुम सद ही जापो, जांका अंत ना पारो। वाहिगुरु सदा चेते आवे। पूता माता की असीस, निमख ना बिसरै तुमको हर हर। एक अखी झमकन जिन्ना तेनू ये असीस गुरु मात पिता हर राया तेरी झोली च पा रहा है। गुरुदेव माता गुरुदेव पिता ये तेनू असीस दे रहा है कि निमख ना बिसरै तुमको हर हर। एक अखी झमकन जिन्ना समा भी वाहिगुरु तेनू कदी ना भुले, हर बिसरत सदा खुआरी। ते ये मां चाहुंदी है भी मेरा पुत खुआर ना होए, मेरा पुत धक्के ना खाए, चोटां ना खाए। अपने भाणा जो चलै भाई विछड़ चोटां खावे। ताको धोखा कहां व्यापै, जाको ओठ। भाई साहब भाई गुरदास जी ने लैला मजनू, सस्सू सस्सी पुन्नू, रांझा हीर वखाणियां जो पिरम पराती, लैला मजनू आशकी चौ चक्की जद उदाहरणां दित्तियां। हुण उत्थे एक उदाहरण है भी भाई कच्चे दा सहारा लैण वाली सोहनी जिहड़ी सी ना, वो डुब गई, धोखा हो गया क्योंकि सहारा कच्चे दा लिया सी। जिहड़े कच्चियां दे सहारे लैंदे आ उन्हां नाल धोखा हो जाता है। ते सानू गुरु ने कहा कच्चड़ियां स्यों तोड़। ताको धोखा कहां व्यापै, जांको ओट तुहारी। हे सच्चे वाहिगुरु सच्चे सतगुरु, सदीव अटल सत सदीव रहन वाले जी, जिन्हां ने आसरा तेरा लिया उन्हां नूं धोखा कीता, जिन्हां ने कच्चियां दे आसरे लए अध विचाले धोखा हो गया। प्रीत प्रीत गुरिया मोहन लालना, साची प्रीत हम तुम स्यों जोरी, तुम स्यों जोर अवर संग तोरी। ताको धोखा कहां व्यापै। गुरु पातशाह जी कहंदे ये दृढ़ निश्चा जिन्हां दे हृदय दे अंदर है, उन्हां नूं पछतावा किहड़ी गल दा। भी मुलम्मा चढ़िया होया, नकली गहना लै लिया, जदों कसौटी लगी समा आया परख दा, मत्थे ते हत्थ मार के रोया, ओहो ये ते नकली सी, ये ते मैं कच्चियां दे पिछे लग गया सी। जिन्हां ने तत्त खरीदिया अपना आपा वेच के, ताको धोखा कहां व्यापै। जिन्हां ने निर्मोलक हीरा खरीदिया, सतगुर की रीसा होर कच पिच बोलते, बड़िया नाल धोखा हो रहा। साध संगत अपना समा बर्बाद कर रहे, अपना पैसा बर्बाद कर रहे, अपनियां भावनावां बर्बाद कर रहे, अपना जीवन बर्बाद कर रहे। जिन्हां नूं तेरी ओट है पातशाह, ताको धोखा कहां व्यापै, जाको ओट तुहारी। किन्ना समर्थ सतगुरु है जी। तस्कर नहीं देवै जल नहीं डूबै, तस्कर नहीं लेवै भाहे ना साक्या जाले। ताको धोखा कहां व्यापै। हलत सुख पलत सुख, नित सुख सिमरनो, हर बिसरत सदा खुआरी। नित सुख सिमरनो, नाम गोबिंद का सदा लीजै। ताको धोखा कहां व्यापै। रात कारण धन संचिया, भलके चलन होए, नानक नाल ना चले, फिर पछतावा होए। ओहो ये तो एवं समा गवाया जी। सो सुचेत होइए, गुरबाणी दे रोशनी च चानण च जदों असीं अखां खोलांगे ना, फिर धोखा नहीं होएगा। गुरबाणी दी कसौटी उत्ते जदों वणज करांगे ना, भावें वो रोजी रोटी कमाउण दा वणज है, शरीर दी खुराक है, ते भावें आत्मा दी खुराक है, जदों असीं गुरबाणी दे चानण विच परखांगे
फिर धोखा नहीं होएगा। साडे कोल पारखू आख्या श्री गुरु ग्रंथ साहिब, किते भी सिर झुकण तो पहला श्री गुरु ग्रंथ साहिब महाराज नूं पुछ लियो, किते भी आस्था लैण तो पहला, किसी दे भी बेड़े च चढ़न तो पहला श्री गुरु ग्रंथ साहिब महाराज नूं पुछ लियो, फिर धोखा नहीं होएगा। जिन्हां ने ओट तेरी तकी महाराज, बिन सिमरन जो जीवन बलना, बलना मतलब साड़ना, अग लगी हुई, बालन पै रहा ते जीवन बल रहा, बालन पै रहा तृष्णा दा, बालन पै रहा। हुण ये भी ते धर्म दे नां दे उत्ते भी ते बिजनेस ही हो रहा ना जी, बालन पै रहा, वाशनावां वध रहीआं, लालसावां वध रहीआं, अगला भी कहंदा भी आ मैं तैनूं सब कुछ देवांगा, होर बालन पा रहा, जिंदगी होर बलदी है। गुरु साहब कहते सौंप छड्ड सब कुछ, तन मन धन सब सौंप गुर को, जिहड़ा तेरे कोल है वो भी तैनूं छड्डना पएगा। इस प्यारे गुणा रूपी वाहिगुरू दी याद तो बिना जिहड़ा जीवन है वो अग च सड़न दे बराबर है। ते कोई मनुख कहेगा नहीं जी तुसीं झूठ बोलदे हो। मैं ऐसे बंदे बड़े वेखे जिन्हां ने कदी रब चेते नहीं कीता, उन्हां दे घरां च बहुते ज्यादा प्रबंध सी एसी दे, उन्हां ने ते बहुत ज्यादा प्रबंध कीते हुए सी सुखां दे। एक महल उन्हां ने बर्फीले इलाकिਆਂ च बनाया, एक महल उन्हां ने गर्म इलाकिਆਂ च बनाया, कदी बर्फीले इलाकिਆਂ च चले जांदे, कदी गर्म इलाकिਆਂ च चले जांदे। मैं ते वो बड़े सुखी वेखे। तुसीं कहंदे हो सतगुरु जी वो बलदे आ, मैं तो उन्होंने पिंडे नूं हथ ला के वेख्या। एक मजदूर किरत करन वाला हो सकदा बल रहा होवे धुप विच, वो ते मैं ठंडे वेखे, पर महाराज जी कहंदे तू चमड़ी वेखी है, तू अंदरों सड़दियां नूं नहीं वेख्या। चमड़ी ते सप भी बहुती वारी पानी च रहिंदा है, ठंडा ही हुंदा है, पर जिहड़े जहर विच वो सड़ रहा ना उहनूं पुछ के वेख। उदाहरण दित्ती महाराज ने, कहंदे जे चमड़ी वेखनी होवे, बाहरों ही वेखना होवे, वजूद ही वेखना होवे, ते सप भी पानी दे विच रह रहा, शंभां विच, चोयां विच, नालियां विच। सप बड़ा खुश रहिंदा है, पानी च डुब्बिया रहिंदा है, चिक्कड़ जे च वड़िया रहिंदा है। शरीर नूं परखण वाला कहेगा ये भी बड़ा ठंडा है, पानी चों निकलिया, पर ਉਹਦੇ अंदर इन्ना खतरनाक अग लगी हुई है, जहर ਉਹਨੂੰ ਸਾੜ ਰਿਹਾ। ਤੇ ਜਦੋਂ ਉਹ ਕਿਸੇ ਨੂੰ ਮਾੜਾ ਜਿਹਾ ਵੀ ਛੋਹ ਜਾਂਦਾ ਨਾ, ਸਪਰਸ਼ ਕਰ ਜਾਂਦਾ, ਉਹਦਾ ਦੰਦ ਕਿਸੇ ਨੂੰ ਮਾੜਾ ਜਿਹਾ ਵੀ ਲੱਗ ਜਾਂਦਾ ਤੇ ਉਹ ਆਪਣੇ ਵਾਲੀ ਅੱਗ ਦੂਜੇ ਦੇ ਜਿਸਮ 'ਚ ਵੀ ਲਾ ਦਿੰਦਾ, ਆਪਣੇ ਵਾਲਾ ਜ਼ਹਿਰ ਦੂਸਰੇ ਦੇ ਅੰਦਰ ਵੀ ਪਾ ਦਿੰਦਾ। ਇਹ ਹਾਲਤ ਹੈ ਹਰ ਬਿਸਰਤ ਮਨੁੱਖਾਂ ਦੀ, ਉਹ ਆਪ ਤੇ ਸੜਦੇ ਆ ਤੇ ਦੂਜਿਆਂ ਨੂੰ ਵੀ ਸਾੜਦੇ ਆ। बिन सिमरन जो जीवन बलना। हुण साध संगत की असीं चाहुंदे हां भी साडा जीवन बले, चिखा दे उत्ते ते शरीर ने बलना ही है। कि उहदे तो पहला भी चिखा बलदे रहिए असीं, जिंदे जी भी चिखा चीनी दे साडे अंदर। एक दिन जिस्म ने सड़ना, हुण साडी आत्मा सड़ रही है, साडा मन लूहिया पिया पूरी तरह। ते अंदर दा सेक साडे शब्दां राहीं, साडियां अखां, वेख बंदा बोले भी ना ते जे अंदर क्रोध दा उबाल आ जाए ते ओहदियां अखां जहर उगलदियां। एक किसी मनुख वाल ओहदी तकनी दस दिंदी है भी इहदे चों अग निकल रही है कि जां ठंडक पै रही। अंदर होवे क्रोध, अंदर होवे नफरत, अंदर होवे घिरना, ते ओह जदों टेढ़ी जी अख दे नाल किसी नूं तकदा ना अंदर दे जहर दे नाल, ओहदियां अखां विचों भी अग निकलदी है, छोले मचदे, भांबड़ मचदे, कला जीभ चों ही नहीं निकलती। सप ते दंद नाल ही जहर पाउंदा ना, मनुख ते अखां नाल भी पा रहा है। की असीं चाहुंदे हां भी असीं बलदे रहिए? नहीं जी, असीं शीतल होना चाहुंदे हां। इस दुनिया दे उत्ते बहुत सारे लोकां ने यतन कीते शीतल होण दे, बहुते ते बर्फीले पहाड़ां ते चले गए, कैलाश पर्वतां ते चले गए। ਤੇ ਉਹਨਾਂ ਦੇ ਮਨ ਦਾ ਭਰਮ ਸੀ ਵੀ ਸ਼ਾਇਦ ਇੱਥੇ ਠੰਡ ਪੈ ਜਾਂਦੀ ਹੈ। ਬਹੁਤਿਆਂ ਨੇ ਪਾਣੀ 'ਚ ਖੜ ਖੜ ਕੇ ਬੜੇ ਮੰਤਰ ਪੜ੍ਹੇ, ਬੜੇ ਬੜੇ ਪਾਠ ਪਠਨ ਕੀਤੇ, ਸ਼ਾਇਦ ਇੱਥੇ ਠੰਡ ਪੈ ਜਾਂਦੀ ਹੈ। ਗੁਰੂ ਨਾਨਕ ਸਾਹਿਬ ਨੇ ਪਰਖ ਕੇ ਵੀ ਦਿਖਾਇਆ
ਜਿਹੜੇ ਮੱਥੇ ਤੇ ਚੰਦਨ ਲੱਗਿਆ ਹੋਇਆ ਸੀ, ਜਿਹੜਾ ਬੰਦਾ ਅੱਧਾ ਪੌਣਾ ਘੰਟਾ ਗੰਗਾ ਵਿੱਚ ਖੜ ਕੇ ਹਰਿਦੁਆਰ, ਮੱਥੇ ਤੇ ਚੰਦਨ ਹੈ, 12 ਤਿਲਕ ਲਾਏ ਹੋਏ ਆ ਚੰਦਨ ਦੇ ਵੱਖ-ਵੱਖ ਥਾਵਾਂ ਤੇ, ਡੌਲਿਆਂ ਤੇ, ਵੱਖੀਆਂ ਤੇ, ਮੱਥੇ ਦੇ ਉੱਤੇ। ਜਦੋਂ ਮਰਦਾਨਾ ਜੀ ਨੂੰ ਭੇਜਿਆ ਵੀ ਜਾਓ ਅੱਗ ਲੈ ਕੇ ਆਓ, ਤੇ ਅੱਗ ਕੱਲੀ ਚੁੱਲ੍ਹੇ 'ਚ ਨਹੀਂ ਸੀ ਬਲਦੀ ਪਈ, ਇਸ ਧਰਮ ਦੇ ਭੇਖ ਵਾਲੇ ਦੇ ਅੰਦਰ ਵੀ ਬਲ ਰਹੀ ਸੀ। ਉਹ ਸੀ ਜਾਤ ਹੰਕਾਰ ਦੀ ਅੱਗ, ਕਈ ਤਰ੍ਹਾਂ ਦੀਆਂ ਨਾ। ਤੇ ਮਰਦਾਨਾ ਜੀ ਅੱਗੇ ਅੱਗੇ ਤੇ ਪੰਡਤ ਜੀ ਪਿੱਛੇ ਪਿੱਛੇ, ਤੇ ਗੁਰੂ ਨਾਨਕ ਸਾਹਿਬ ਦੇ ਕੋਲ ਆ ਗਏ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਮਰਦਾਨਾ ਜੀ ਅੱਗ ਲੈਣ ਭੇਜਿਆ ਸੀ, ਤੁਸੀਂ ਤੇ ਅੱਗ ਦਾ ਭੰਡਾਰ ਹੀ ਲੈ ਆਏ ਨਾਲ, ਤੁਹਾਨੂੰ ਤੇ ਥੋੜੀ ਜੀ ਅੱਗ ਲੈਣ ਭੇਜਿਆ ਸੀ, ਇਹ ਤੇ ਪੂਰਾ ਲਾਂਬੂ ਹੀ ਲੱਗਿਆ ਪਿਆ। ਤੇ ਉਹ ਇੰਨੀ ਜ਼ਬਰਦਸਤ ਅੱਗ ਸੀ ਵੀ ਸਾਰੇ ਲੋਕਾਂ ਤੱਕ ਸੇਕ ਪਹੁੰਚਿਆ ਉਹਦਾ। ਕਾਹਦੀ ਅੱਗ ਸੀ? ਕਿੰਨੇ ਰੂਪ ਨੇ ਇਸ ਅੱਗ ਦੇ। ਤ੍ਰਿਸ਼ਨਾ, ਈਰਖਾ, ਨਫ਼ਰਤ, ਕਾਮ, ਹੰਕਾਰ, ਕਿੰਨੇ ਰੂਪ ਨੇ ਇਸ ਅੱਗ ਦੇ। ਹਾਂ, ਇਹ ਆਉਂਦੀ ਕਦੋਂ ਹੈ? ਜਦੋਂ ਵਾਹਿਗੁਰੂ ਵਿਸਰਦਾ। ਬਿਨ ਸਿਮਰਨ ਜੋ ਜੀਵਨ ਬਲਣਾ। ਹੁਣ ਧਰਮ ਕਰਮ ਤੇ ਹੈ, ਹਰੀਓਮ ਹਰੀਓਮ ਵੀ ਕਰਦਾ ਹੋਏਗਾ, ਗੰਗਾ ਵਿੱਚ ਵੀ ਚੁੱਭੀ ਲਾਈ ਹੈ, ਤਿਲਕ ਵੀ ਮੱਥੇ ਤੇ ਚੰਦਨ ਤੇ ਸੀਤਲਤਾ ਦਿੰਦਾ। ਪਰ ਗੁਰੂ ਸਾਹਿਬ ਜੀ ਕਹਿੰਦੇ ਆ ਵੀ ਸੱਜਣਾ, ਚੰਦਨ ਦੇ ਲੇਪ ਤੇ ਪਾਣੀ ਦੀਆਂ ਚੁੱਭੀਆਂ ਸੀਤਲਤਾ ਨਹੀਂ ਦਿੰਦੀਆਂ। ਸੀਤਲ ਥੀਵੈ ਨਾਨਕਾ, ਸੀਤਲ ਥੀਵੈ ਨਾਨਕਾ। ਸੀਤਲ ਥੀਵੈ ਨਾਨਕਾ, ਸੀਤਲ ਥੀਵੈ ਨਾਨਕਾ। ਜਪੰਦੜੋ ਹਰ ਨਾਮ, ਜਪੰਦੜੋ ਹਰ ਨਾਮ। ਚੰਦਨ ਚੰਦ ਨਾ ਸਰਦ ਰੁੱਤ, ਬੜੀਆਂ ਠੰਡੀਆਂ ਚੀਜ਼ਾਂ ਨੇ ਸਾਰੀਆਂ, ਪਰ ਨਾ ਮੂਲ ਨਾ ਮਿਟਈ ਘਾਮ, ਜਰਾ ਜਿੰਨੀ ਤਪਸ਼ ਨਹੀਂ ਬੁੱਝੀ। ਸੀਤਲ ਥੀਵੈ ਨਾਨਕਾ, ਜਪੰਦੜੋ ਹਰ ਨਾ। ਤਪਤ ਕੜਾਹਾ ਬੁੱਝ ਗਿਆ। ਵੇਖੋ, ਆ ਹੈ ਗੁਰੂ ਨਾਨਕ ਦੇ ਬੱਦਲ ਬਣ ਕੇ ਵਰਨ ਦੀ ਕਿਰਿਆ। ਜਿਵੇਂ ਕਲਮਲ ਹੋਈ ਮੇਦਨੀ, ਅੱਗ ਨਾਲ ਤਪੀ ਹੋਈ, ਸੜੀ ਹੋਈ, ਮਲੀਨ ਹੋਈ ਮਿੱਟੀ ਅਸਮਾਨ ਨੂੰ ਚੜੀ, ਦੂਜਿਆਂ ਨੂੰ ਵੀ ਮੈਲਿਆਂ ਕਰਦੀ ਹੈ। ਤੇ ਮੇਘ ਬਰਸਦਾ ਤੇ ਕਲ ਤੇ ਮਲ, ਤਪਸ਼ ਵੀ ਮੁੱਕ ਜਾਂਦੀ ਹੈ ਤੇ ਸ਼ਾਂਤ ਵੀ ਹੋ ਜਾਂਦੀ ਹੈ। ਇਸੇ ਤਰ੍ਹਾਂ ਸਾਧ ਸੰਗਤ ਗੁਰੂ ਨਾਨਕ ਦੀ ਰਹਿਮਤ ਦੇ ਬੱਦਲ ਬਰਸਦੇ ਆ। ਤਪਤ ਕੜਾਹਾ ਬੁੱਝ ਗਿਆ। ਕਿੱਦਾਂ ਬੁੱਝਿਆ? ਕੋਈ ਮੰਤਰ ਪੜਿਆ ਜੀ? ਕੋਈ ਕਿਸੇ ਨਦੀ ਦੇ ਚੁੱਭੀ ਲਾਈ, ਕਿਤੇ ਗਏ ਕਰਮਕਾਂਡ ਕਰਨ? ਨਹੀਂ। ਗੁਰ ਸੀਤਲ ਨਾਮ ਦਿਓ। ਗੁਣੀ ਨਿਧਾਨ ਵਾਹਿਗੁਰੂ ਹਿਰਦੇ ਚ ਵਸਿਆ, ਗੁਰੂ ਨੇ ਬਖਸ਼ਿਸ਼ ਕੀਤੀ। ਫਿਰ ਕੜਾਹਾ ਜਿਹੜਾ ਤਪ ਰਿਹਾ ਸੀ ਨਾ, ਬਹੁਤਾ ਤਪਿਆ ਹੋਇਆ, ਸਰਪ ਜੈਸੇ ਅਰਜਾਰੀ। ਬਿਨ ਸਿਮਰਨ ਜੋ ਜੀਵਨ ਬਲਣਾ, ਸਰਪ ਜੈਸੇ ਅਰਜਾਰੀ। ਆਰਜਾ ਉਮਰ, ਅਰਜਾਰੀ ਮਤਲਬ ਜਿਵੇਂ ਸੱਪ ਉਮਰ ਬਤੀਤ ਕਰਦਾ। ਜਿਉਂ ਜਨਮ ਲੈਂਦਾ ਅੰਤ ਤੱਕ ਉਹਦੇ ਅੰਦਰੋਂ ਜ਼ਹਿਰ ਮੁੱਕਦਾ ਨਹੀਂ ਤੇ ਉਹ ਸ਼ਾਂਤ ਹੁੰਦਾ ਨਹੀਂ, ਚੱਕ ਮਾਰਦਾ ਫਿਰਦਾ। ਬੰਦੇ ਨੂੰ ਵੀ ਤਾਂਹੀਓ ਪੈਂਦਾ, ਚੰਦਨ ਦੇ ਦੁਆਲੇ ਵੀ ਤਾਂਹੀਓ ਲਿਪਟਿਆ ਰਹਿੰਦਾ ਵੀ ਚੱਕ ਮਾਰਦਾ, ਘੜੀ ਕੁ ਵਾਸਤੇ ਠੰਡਾ ਹੁੰਦਾ, ਅੰਦਰੋਂ ਫਿਰ ਜ਼ਹਿਰ ਉਚਾਲੇ ਮਾਰਦਾ। ਇਦਾਂ ਦੀ ਜ਼ਿੰਦਗੀ ਨਾ ਜੀਊ ਮਨੁੱਖ। ਕਿਉਂ ਆਪਣੀ ਜ਼ਿੰਦਗੀ ਦੀ ਸ਼ਾਂਤੀ ਆਪ ਭੰਗ ਕਰਦਾ? ਜ਼ਿੰਦਗੀ ਨੂੰ ਕਿਉਂ ਆਪ ਖੁਆਰ ਕਰ ਰਿਹਾ? ਬੜੀ ਅਨਮੋਲ ਹੈ ਇਹ, ਕਿਸੇ ਕੀਮਤ ਤੇ ਨਹੀਂ ਮਿਲਣੀ ਦੁਬਾਰਾ, ਕਿਸੇ ਜ਼ੋਰ ਨਾਲ ਚਤੁਰਾਈ ਨਾਲ ਨਹੀਂ ਮਿਲਣੀ, ਬੜੀ ਰਹਿਮਤ ਨਾਲ ਮਿਲੀ ਹੈ ਤੈਨੂੰ। ਤੇ ਇਹਨੂੰ ਅੱਗ ਵਿੱਚ ਨਾ ਝੋਕ, ਇਸ ਜ਼ਿੰਦਗੀ ਨੂੰ ਜੂ ਸ਼ਾਂਤ ਹੋ ਕੇ, ਸੀਤਲ ਹੋ ਕੇ। ਮਨੁੱਖ ਆਪਣੀ ਜ਼ਿੰਦਗੀ ਆਪ ਬੇਚੈਨ ਕਰ ਰਿਹਾ, ਮਨੁੱਖ ਆਪਣੀ ਜ਼ਿੰਦਗੀ ਆਪ ਅਸ਼ਾਂਤ ਕਰ ਰਿਹਾ। ਕਿਉਂ ਸ਼ਾਂਤ ਕਰ ਰਿਹਾ ਜੀ?
क्योंकि असी गुरु के बचनों वाल ध्यान नहीं ना दे रहे। सानू नहीं पता इत्थे की बोलिया, भैन आई है वो अपनी गल सुना रही है, गुरु साहब की बोल रहे हैं सानू नहीं पता। आ हालत है साडी साध संगत। सो गुरु साहब जी शीतलता दा सोम है, गुर दाता गुर हिवै घर। हिव दा अर्थ कहंदे हिम, हिमाचल। हिम उस एरिए में हिमाचल इसलिए कहा जाता, उत्थे बर्फ पई रहिंदी है, हिम दा अंचल छाया रहिंदा है। तो हिवै तो हिम बनिया, हिम तो हिमाचल बनता है। मतलब गुरु शीतलता का घर, जख करने वाला, शीतल ठंडिया करने वाला। गुरदाता गुर हिवै घर, गुर दीपक तेह लोए, त्रै लोकी विच चानन करने वाला सतगुरु। ते आओ सतगुर नाल जुड़िए ते शीतल होइए। बड़े बड़े तपे होए आए सी, तन मन होए निहाल, जां गुर देखा सामने। जलन बुझी, जलन बुझी शीतल होए मनुआ। भाए बुलंदड़ी बुझ गई, रखंदड़ो प्रभ आप। वो बलदी हुई अग बुझ गई, जलन बुझी शीतल होए मनुआ। सतगुर का दर्शन पाए। सच्ची मुच्ची अपने जीवन वाल किसी नूं वेखना छड्ड दईए साध संगत। अपने जीवन को घोखीए भी शांत आ कि बल रहे हैं। ते जे बल रहे हैं तो आओ शीतलता के सोमे कोल चलिए। आओ तपत कड़ाहा बुझाण वाले कोल चलिए, जिन्हें कौडे का बुझाया सी, जिन्हें सज्जन के तृष्णा के रोग बुझाए सन। कितना शांत किया जी उन्होंने, जिन्होंने काम रूप दियां वासनावां ठंडियां कीतियां सी जाके, जिन्होंने जाके वो संगला दीप के अंदर मन के अंदर किदां दे सोच भावनावां लैके निरतकारियां करदियां आईयां वो कन्यावां। ते मेरे साहब के हिरदे के अंदरों निकली हुई बोलां की शीतलता। इको ही बोल सुन के जो धीआं कह के बुलाया ना, ते जाके क्या सी राजन, उहदे बोलां नाल ठंड पै जांदी है। जो क्या गाशो पुत्री राजकुमार, हे धीओ राजकुमारियो पुत्रियो जाओ। इदा शीतल करता गुरमत, सानू इदा शीतल करती है। क्यों नहीं अंदरों विकारां दी अग बुझेगी जो सारियां नूं असीं गुरु की अख नाल वेख के धीआं बना लवांगे। सो सतगुरु जी की चरण शरण विच जाइए, शीतलता है। नहीं तो फिर रोगी हाँ, दुखी हाँ। बिन सिमरन जो जीवन बलना। खुदा खुदा रब रब वाहिगुरू वाहिगुरू कहने वाला एक काजी, ये तो वड्डी उदाहरण नहीं, मैं सदा ही उदाहरण हर थां दिंदा। जिहड़ा साहिबजादियां नूं फतवा सुना रहा है, किन्ना नफरत च सड़िया होया। वो तो मूँह तो कह रहा सी रब रब, शीतल क्यों नहीं होया? क्योंकि मूँह तक सी ना करूलियां कर रहा सी। कड़छियां फरन सुआव न जानन सुनिया। उन्हें चोगा पहनिया सी, वो जबान तो कर रहा सी, हाथ में माला सी, पर अंदर इन्नी अग सी, एडा सेक अंदरों कि उहदी अग अंदरों अग उगलदा। ते कहंदा गुरु गोबिंद सिंह दे लाला नूं जिंदे जी नीहां च दफन कर दो। इदां दे भगत नहीं बनना, इदां नहीं जपना साध संगत। उहदी एक एक बूंद साडे हिरदे ते असर करे, गुणी निधान दे। नहीं तो सड़ जावांगे असीं। गुज्जी अग विच सड़ रहा जग ते भगत नहीं सड़दा। भगत ना व्यापै माया गुज्जी पाए। सारा संसार जल रहा, गुज्जी पाए जलै संसारा। भगत ना व्यापै माया। उन्हां उत्ते अग असर ही नहीं करती। ना कबीर साहब दे अंदर कदी तृष्णा होंदी है, ना रविदास जी दे अंदर कदी वासनावां होंदियां ने, ना सदना सैन पीपा धन्ना जी दे अंदर कदी उन्हां दे अंदर ये तूफान उठदा ही नहीं भी हाय सानू आ मिल जे, आ मिल जे। बिन सिमरन जो जीवन बलना, सर्प जैसे अरजारी। किन्ना संतोख है जी, महासंतोख होवे गुरबचनी। किन्नी संतुष्टि है, किन्नी तृप्ति है, किन्ना सहज आउंदा है जदों असीं गुरु दे बचनां नूं कमाउंदे हां। महासंतोख होवे गुरबचनी, प्रभ सिओ लागै पूरन ध्यान।
नव खंडन को राज कमावे, संतोख किथे? ऐ भी मिल जे, ऐ भी मिल जे, ऐ भी मिल जे। चलो मान लो वाहिगुरु करे सारा कुछ मिल जाए, धन संपत्ति, राजा बन जाए। राजा तो फिर पूरे देश का ही मालक हुंदा ना जी, हुक्म करदा जो मर्जी करदे, दिन चढ़न तक हुक्म करदा, लोकां नूं बन्न दिंदा कि अपने घरां च कैद हो जाओ, हुक्म करदा लोकां नूं बाहर ले आंदा, पता नहीं लगदा ना। मारे कहंदे इदां दा हुक्म मान लो एक देश विच नहीं, सारी धरती ते, एक धरती दे नहीं, इदां दे कई खंड ने। लोकी कहंदे 9 खंड, चल 9वां ते तेरा राज है। ते उन्होंने पुछो भी हुण संतोख आ गया, हुण रज गया कारू वांग। फिर कहंदा कबरां भी पुट के कढ लवां मैं। रजे जी तुसीं दसो, ਜਿਹੜੇ ਬੰਦੇ ਸਾਈਕਲਾਂ ਤੋਂ ਸਫ਼ਰ ਸ਼ੁਰੂ ਕਰਕੇ ਜਹਾਜ਼ਾਂ ਦੇ ਮਾਲਕ ਬਣ ਗਏ, ਉਹਨਾਂ ਨੂੰ ਪੁੱਛੋ ਹੁਣ ਰੱਜ ਗਏ ਹੋ? ਬਿਨਾਂ ਸੰਤੋਖ ਨਹੀਂ ਕੋਲ। ਹਰ ਜੀ ਕੋ ਨਾਮ ਜਪਤ ਮਨ ਚੈਨ। ਮਾਰੇ ਕਹਿੰਦੇ ਸਾਰੀ ਦੁਨੀਆ ਦਾ ਰਾਜ ਲੈ ਲੈਣ। ਨਵ ਖੰਡਨ ਕੋ ਰਾਜ ਕਮਾਵੇ, ਅੰਤ ਚਲੇ ਗੋਹਾਰੀ। ਜ਼ਿੰਦਗੀ ਹਾਰ ਕੇ ਚਲੇ ਗਏ। बिन सिमरन जो जीवन बलना, सर्प जैसे अरजारी। नव खंडन को राज कमावे, अंत चले गोहारी। गुण निधान गुण तिन ही गाए, जाको कृपा धारी। मिले कृपा गुण गाम। तुसी बख्शिश करो महाराज, मैं तां तेरे गुणां नूं सिंच सकांगा अंदर। जे मैं आपे कमां भी मैं दैवी गुणों का मालक बन जावांगा, मेरे वस विच नहीं है। मिले कृपा गुण, तुसी रहमत करो तो गुण आउण अंदर। गुण निधान गुण तिन ही गाए, जाको कृपा धारी। सो सुखिया। हुण ये ते इत्थे आइडेंटिफिकेशन ही नहीं रखी भी महलां वाला सुखी है कि झुग्गी वाला सुखी है, वखरे पहर चिट्टे कपड़ियां वाला सुखी है कि जां गेरुए कपड़ियां वाला सुखी है। बंदा तो इसे लड़ाई च पिया होया। गुरु साहब कहते सो सुखिया, जांको कृपा धारी सो सुखिया। कृपा की निशानी की गुण। गुण निधान गुण तिन ही गाए, जांको कृपा धारी सो सुखिया। तेरे गुण सिंच के जीवन वाला तू बख्शिश करे तां। सो सुखिया धन उस जन्मा, नानक तिस बलहारी। उन्हां तो कुर्बान जाइए जी, बलहार जाइए। महाराज साडे सारियां उत्ते बख्शिश करन, असी गुण निधान दे गुण रिदे च सिंच सकीए ते सुखी होइए। साथ संगत जे सुख चाहुंदे आ तो सारी मनुखता का साहिब भला करन, सारी मनुखता उत्ते सुख वरतन। अरदास करिए सारी मानवता दे भले वास्ते। आओ शांति शीतलता का सोमा वाहिगुरु नाम जपीए। 2 दिन वास्ते वाहिगुरु इस महामारी तो, इस दुख तो सारे संसार नूं कड्ढण। महाराज सारियां दा भला करन जी। आओ प्यार विच सारे सिमरो वाहिगुरु वाहिगुरू 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 वाहिगुरू।